ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ 'ਤੇ। ਹੁਣ ਤੱਕ ਤੁਸੀਂ ਪੜ੍ਹਿਆ ਕਿ ਉਸ ਤਸਵੀਰ ਨੂੰ ਅਸਲੀਅਤ 'ਚ ਆਪਣੇ ਸਾਹਮਣੇ ਦੇਖ ਕੇ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਮੈਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਆ ਰਿਹਾ ਸੀ। ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਮਜਬੂਰੀ 'ਚ ਵਿਆਹ ਕੀਤਾ ਹੈ। ਤੁਸੀਂ ਮੇਰੇ ਪਤੀ ਦੇ ਪਿਤਾ ਹੋ। ਮੈਂ ਤੁਹਾਡੇ ਨਾਲ ਅਜਿਹਾ ਕੁਝ ਸੋਚ ਵੀ ਨਹੀਂ ਸਕਦੀ। ਮੈਂ ਹਮੇਸ਼ਾ ਤੁਹਾਨੂੰ ਪਿਤਾ ਸਮਝਿਆ ਹੈ। ਕਮਰੇ 'ਚ ਰੌਲਾ ਸੁਣ ਕੇ ਮੇਰੀ ਸੱਸ ਵੀ ਕਮਰੇ 'ਚ ਆ ਗਈ ਤੇ ਕਹਿਣ ਲੱਗੀ ਕਿ ਜ਼ਿਆਦਾ ਹੰਗਾਮਾ ਕਰਨ ਦੀ ਲੋੜ ਨਹੀਂ ਹੈ। ਹੁਣ ਤੂੰ ਹੀ ਇਹਨਾਂ ਦੀ ਪਤਨੀ ਹੈ ਤੇ ਉਂਝ ਵੀ ਰਾਹੁਲ ਸਾਡਾ ਆਪਣਾ ਬੇਟਾ ਨਹੀਂ ਸੀ, ਸਗੋਂ ਅਸੀਂ ਤਾਂ ਉਸਨੂੰ ਗੋਦ ਲਿਆ ਸੀ ਤੇ ਇਹ ਗੱਲ ਰਾਹੁਲ ਵੀ ਜਾਣਦਾ ਸੀ। ਇਸ ਲਈ ਉਸਨੇ ਮੈਨੂੰ ਇਹ ਹੱਕ ਦਿੱਤਾ ਸੀ ਕਿ ਮੈਂ ਤੇਰਾ ਵਿਆਹ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਕਰਾਂ। ਇਸ ਲਈ ਮੈਂ ਤੇਰਾ ਵਿਆਹ ਆਪਣੇ ਪਤੀ ਨਾਲ ਕਰਵਾ ਦਿੱਤਾ ਤਾਂ ਕਿ ਤੂੰ ਹਮੇਸ਼ਾ ਇਸ ਘਰ 'ਚ ਰਹੇ। ਰਾਹੁਲ ਵੀ ਨਹੀਂ ਚਾਹੁੰਦਾ ਸੀ ਕਿ ਤੂੰ ਕਦੇ ਵੀ ਇਹ ਘਰ ਛੱਡ ਕੇ ਜਾਵੇਂ। ਉਸ ਦੀ ਆਖਰੀ ਇੱਛਾ ਇਹੀ ਸੀ। ਮੈਨੂੰ ਆਪਣੀ ਸੱਸ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਮੇਰੇ ਕਮਰੇ 'ਚੋਂ ਜਾਓ। ਉਹ ਦੋਵੇਂ ਨਾਰਾਜ਼ ਹੁੰਦੇ ਹੋਏ ਕਮਰੇ 'ਚੋਂ ਬਾਹਰ ਚਲੇ ਗਏ ਤੇ ਮੈਂ ਉੱਥੇ ਜ਼ਮੀਨ 'ਤੇ ਬੈਠ ਗਈ। ਜੋ ਰਾਜ ਅੱਜ ਮੇਰੇ ਸਾਹਮਣੇ ਖੁੱਲ੍ਹੇ ਸਨ, ਉਹਨਾਂ ਨੇ ਨਾ ਤਾਂ ਮੇਰੀ ਜਾਨ ਕੱਢ ਦਿੱਤੀ ਸੀ। ਮੈਨੂੰ ਰਾਹੁਲ ਨੇ ਕਦੇ ਇਹ ਗੱਲ ਕਿਉਂ ਨਹੀਂ ਦੱਸੀ ਸੀ ਕਿ ਇਹ ਉਸਦੇ ਸਕੇ ਮਾਤਾ ਪਿਤਾ ਨਹੀਂ ਹਨ। ਮੈਂ ਬਹੁਤ ਵੱਡੀ ਮੁਸ਼ਕਿਲ 'ਚ ਫਸ ਗਈ ਸੀ। ਹੁਣ ਮੈਂ ਇਸ ਮੁਸ਼ਕਿਲ 'ਚੋਂ ਕਿਵੇਂ ਨਿਕਲਾਂਗੀ ਪਤਾ ਨਹੀਂ। ਇਹ ਸਭ ਕੁਝ ਸੋਚ ਕੇ ਮੈਂ ਉੱਚੀ ਉੱਚੀ ਰੋਣ ਲੱਗੀ। ਦੂਜੇ ਦਿਨ ਇੱਕ ਨੌਕਰਾਨੀ ਮੇਰੇ ਲਈ ਨਾਸ਼ਤਾ ਲੈ ਕੇ ਆਈ ਤਾਂ ਮੈਂ ਖਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਮੇਰਾ ਦਿਲ ਨਹੀਂ ਕਰਦਾ ਸੀ ਕੁਝ ਵੀ ਖਾਣ ਨੂੰ। ਮੈਂ ਸੋਚਿਆ ਕਿ ਦਫ਼ਤਰ ਚਲੀ ਜਾਂਦੀ ਹਾਂ, ਮੇਰਾ ਕੁਝ ਦਿਲ ਬਹਿਲ ਜਾਏਗਾ। ਉਂਝ ਵੀ ਰਾਤ ਜੋ ਮੇਰੇ ਤੇ ਪਹਾੜ ਟੁੱਟੇ ਸਨ, ਉਸਨੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਮੈਂ ਦਫ਼ਤਰ ਜਾਣ ਲਈ ਤਿਆਰ ਹੋ ਰਹੀ ਸੀ ਕਿ ਮੇਰਾ ਦੂਜਾ ਪਤੀ ਕਮਰੇ 'ਚ ਆਇਆ ਤੇ ਕਹਿਣ ਲੱਗਿਆ ਕਿ ਅੱਜ ਤੂੰ ਦਫ਼ਤਰ ਨਹੀਂ ਜਾਵੇਂਗੀ ਤੇ ਘਰੇ ਹੀ ਰਹੇਂਗੀ। ਮੈਂ ਉਸ ਤੋਂ ਪੁੱਛਿਆ ਕਿ ਕਿਉਂ ਨਹੀਂ ਜਾਵਾਂਗੀ ਤਾਂ ਉਸਨੇ ਕਿਹਾ ਕਿ ਅੱਜ ਤੋਂ ਬਾਅਦ ਤੈਨੂੰ ਦਫ਼ਤਰ ਜਾਣ ਦੀ ਕੋਈ ਲੋੜ ਨਹੀਂ ਹੈ। ਤੂੰ ਘਰੇ ਰਹਿ ਕੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ। ਮੈਂ ਤੇਰਾ ਪਤੀ ਹਾਂ ਤੇ ਜਿਵੇਂ ਮੈਂ ਕਹਾਂਗਾ ਤੈਨੂੰ ਕਰਨਾ ਪਵੇਗਾ। ਦਫ਼ਤਰ ਦੇ ਸਾਰੇ ਕੰਮ ਮੈਂ ਦੇਖ ਲਵਾਂਗਾ, ਤੈਨੂੰ ਉਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਂ ਕਿਹਾ ਕਿ ਮੈਂ ਦਫ਼ਤਰ ਜ਼ਰੂਰ ਜਾਵਾਂਗੀ। ਉਸਨੇ ਕਿਹਾ ਕਿ ਠੀਕ ਹੈ, ਤੂੰ ਦਫ਼ਤਰ ਜਾ, ਮੈਂ ਇੱਥੇ ਤੇਰੇ ਕਮਰੇ 'ਚ ਤੇਰੇ ਕੋਲੇ ਹੀ ਰਹਾਂਗਾ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਫਿਰ ਉਹ ਆਖਣ ਲੱਗਿਆ ਕਿ ਜੇਕਰ ਤੂੰ ਚਾਹੁੰਦੀ ਹੈ ਕਿ ਮੈਂ ਇੱਥੇ ਇਸ ਕਮਰੇ 'ਚ ਤੇਰੇ ਨਾਲ ਨਾ ਰਹਾਂ ਤਾਂ ਤੈਨੂੰ ਮੇਰੀ ਹਰ ਗੱਲ ਮੰਨਣੀ ਪਵੇਗੀ। ਮੈਂ ਉਸਨੂੰ ਆਪਣੇ ਕਮਰੇ 'ਚ ਬਰਦਾਸ਼ਤ ਨਹੀਂ ਕਰ ਸਕਦੀ ਸੀ। ਇਸ ਲਈ ਮੈਂ ਚੁੱਪ ਰਹੀ ਤੇ ਦਫ਼ਤਰ ਜਾਣਾ ਬੰਦ ਕਰ ਦਿੱਤਾ। ਆਪਣੇ ਸਹੁਰੇ ਵਾਲਿਆਂ ਦਾ ਵਿਵਹਾਰ ਦੇਖ ਕੇ ਹੁਣ ਮੈਨੂੰ ਸਮਝ ਆਉਣ ਲੱਗਿਆ ਸੀ ਕਿ ਮੇਰਾ ਦੂਜਾ ਵਿਆਹ ਮੇਰੇ ਸਹੁਰੇ ਨਾਲ ਕਿਉਂ ਕਰਵਾਇਆ ਹੈ। ਰਾਹੁਲ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਘਰ ਤੇ ਆਪਣੀ ਸਾਰੀ ਜਾਇਦਾਦ ਮੇਰੇ ਨਾਂ ਕਰ ਦਿੱਤੀ ਸੀ। ਜੇਕਰ ਰਾਹੁਲ ਦੀ ਮੌਤ ਤੋਂ ਬਾਅਦ ਮੈਂ ਇੱਥੋਂ ਚਲੀ ਜਾਂਦੀ ਤੇ ਕਿਸੇ ਹੋਰ ਆਦਮੀ ਨਾਲ ਵਿਆਹ ਕਰ ਲੈਂਦੀ ਤਾਂ ਇਹ ਘਰ ਤੇ ਸਾਰੀ ਜਾਇਦਾਦ ਇਹਨਾਂ ਹੱਥੋਂ ਚਲੀ ਜਾਂਦੀ ਤੇ ਇਹ ਦਰ-ਦਰ ਦੇ ਭਿਖਾਰੀ ਬਣ ਜਾਂਦੇ। ਰਾਹੁਲ ਦੇ ਅਸਲੀ ਪਿਤਾ ਨੇ ਆਪਣੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਰਾਹੁਲ ਦੇ ਨਾਂ ਕਰ ਦਿੱਤੀ ਸੀ। ਮੇਰੀ ਸੱਸ ਹੀ ਮੇਰੀ ਸੌਕਣ ਬਣ ਗਈ ਸੀ। ਘਰ 'ਚ ਪਏ ਹੁਣ ਮੇਰੀ ਤਬੀਅਤ ਖਰਾਬ ਹੋਣ ਲੱਗੀ ਸੀ। ਮੈਂ ਜ਼ਿਆਦਾ ਬਾਹਰ ਨਹੀਂ ਜਾਂਦੀ ਸੀ ਤੇ ਨਾ ਹੀ ਕਿਸੇ ਨਾਲ ਮਿਲਦੀ ਸੀ। ਹਮੇਸ਼ਾ ਆਪਣੇ ਕਮਰੇ 'ਚ ਹੀ ਰਹਿੰਦੀ ਸੀ। ਇੱਕ ਦਿਨ ਜਦੋਂ ਮੈਂ ਹੇਠਾਂ ਕਿਸੇ ਕੰਮ ਤੋਂ ਗਈ ਤਾਂ ਘਰ ਦੇ ਗੇਟ 'ਤੇ ਵਕੀਲ ਸਾਹਿਬ ਨੂੰ ਜਾਂਦੇ ਹੋਏ ਦੇਖਿਆ। ਮੈਂ ਨੌਕਰਾਨੀ ਨੂੰ ਬੁਲਾਇਆ ਤੇ ਪੁੱਛਿਆ ਕਿ ਵਕੀਲ ਸਾਹਿਬ ਇੱਥੇ ਕਿਵੇਂ ਆਏ ਸਨ ਤਾਂ ਉਹ ਆਖਣ ਲੱਗੀ ਕਿ ਵੱਡੇ ਸਾਹਿਬ ਦੀ ਵਸੀਅਤ ਬਾਰੇ ਦੱਸਣ ਆਏ ਸੀ। ਮੈਂ ਆਪਣੇ ਕਮਰੇ 'ਚ ਆ ਗਈ। ਕੁਝ ਦਿਨਾਂ ਬਾਅਦ ਮੇਰਾ ਦੂਜਾ ਪਤੀ ਮੇਰੇ ਕਮਰੇ 'ਚ ਆਇਆ ਤੇ ਦਫ਼ਤਰ ਦੇ ਕੁਝ ਪੇਪਰਾਂ 'ਤੇ ਸਾਈਨ ਕਰਨ ਨੂੰ ਕਹਿਣ ਲੱਗਿਆ। ਉਹਨੂੰ ਰੋਜ਼ ਕੋਈ ਨਾ ਕੋਈ ਪੇਪਰ ਜਾਂ ਚੈੱਕ ਮੇਰੇ ਕੋਲ ਲੈ ਕੇ ਆਉਂਦਾ ਤੇ ਮੈਨੂੰ ਕਹਿੰਦਾ ਕਿ ਇਸ 'ਤੇ ਸਾਈਨ ਕਰ ਤੇ ਮੈਨੂੰ ਧਮਕੀ ਦਿੰਦਾ ਕਿ ਜੇਕਰ ਮੈਂ ਸਾਈਨ ਨਾ ਕੀਤੇ ਤਾਂ ਉਹ ਮੇਰੇ ਕੋਲ ਮੇਰੇ ਕਮਰੇ 'ਚ ਆ ਕੇ ਰਹਿਣ ਲੱਗੇਗਾ। ਇਸ ਲਈ ਮਜਬੂਰਨ ਉਸ ਦੀ ਗੱਲ ਮੰਨਣੀ ਪੈਂਦੀ ਸੀ। ਇੱਕ ਦਿਨ ਜਦੋਂ ਮੈਂ ਰਸੋਈ 'ਚ ਗਈ ਤਾਂ ਮੈਂ ਦੋਵੇਂ ਪਤੀ ਪਤਨੀ ਦੀਆਂ ਗੱਲਾਂ ਸੁਣ ਲਈਆਂ। ਮੇਰਾ ਦੂਜਾ ਪਤੀ ਆਖ ਰਿਹਾ ਸੀ ਕਿ ਰਾਹੁਲ ਜੇਕਰ ਕੁਝ ਸਮਾਂ ਹੋਰ ਜਿਉਂਦਾ ਰਹਿੰਦਾ ਤਾਂ ਅਸੀਂ ਉਸ ਤੋਂ ਹੋਰ ਜ਼ਿਆਦਾ ਫਾਇਦਾ ਉਠਾ ਸਕਦੇ ਸੀ। ਮੈਂ ਸਮਝ ਗਈ ਕਿ ਇਹ ਲੋਕ ਜੋ ਕੁਝ ਵੀ ਕਰ ਰਹੇ ਹਨ ਜਾਇਦਾਦ ਲਈ ਕਰ ਰਹੇ ਹਨ। ਵਕੀਲ ਵੀ ਹੁਣ ਅਕਸਰ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਮੈਂ ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀ ਸੱਸ ਤੇ ਸਹੁਰੇ ਨੇ ਉਸ ਨਾਲ ਗੱਲ ਨਹੀਂ ਕਰਨ ਦਿੱਤੀ। ਇੱਕ ਰਾਤ ਜਦੋਂ ਮੈਂ ਖਾਣਾ ਖਾਧਾ ਤਾਂ ਖਾਣਾ ਖਾਂਦੇ ਹੀ ਮੇਰੀ ਤਬੀਅਤ ਵਿਗੜਨ ਲੱਗੀ। ਮੇਰੀ ਨੌਕਰਾਨੀ ਜੋ ਮੇਰੇ ਕੋਲ ਖਾਣਾ ਲੈ ਕੇ ਆਉਂਦੀ ਸੀ, ਉਸਨੇ ਮੈਨੂੰ ਹੌਲੀ ਦਿਨੇ ਦੱਸਿਆ ਕਿ ਮੇਰੀ ਸੱਸ ਨੇ ਮੇਰੇ ਖਾਣੇ 'ਚ ਕੁਝ ਮਿਲਾਇਆ ਸੀ ਜਿਸ ਨਾਲ ਮੇਰੀ ਹਾਲਤ ਖਰਾਬ ਹੋ ਗਈ ਸੀ।
ਮੇਰੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੈਂ ਹੁਣ ਨਹੀਂ ਬਚਾਂਗੀ। ਇਹ ਲੋਕ ਇੰਨੇ ਜ਼ਾਲਮ ਸਨ ਕਿ ਘਰ ਤੇ ਜਾਇਦਾਦ ਲਈ ਮੇਰੇ ਨਾਲ ਕੁਝ ਵੀ ਕਰ ਸਕਦੇ ਸਨ। ਮੈਂ ਸੋਚਿਆ ਕਿਉਂ ਨਾ ਮੈਂ ਆਪਣੇ ਪਤੀ ਨਾਲ ਗੱਲ ਕਰਾਂ, ਜੋ ਕੁਝ ਵੀ ਮੇਰੇ ਤੋਂ ਲੈਣਾ ਚਾਹੁੰਦੇ ਹੋ ਲੈ ਲਵੋ ਤੇ ਬਦਲੇ 'ਚ ਮੈਨੂੰ ਛੱਡ ਦੇਵੋ। ਇਹੀ ਸੋਚ ਕੇ ਮੈਂ ਹੇਠਾਂ ਆਪਣੇ ਸੱਸ ਸਹੁਰੇ ਦੇ ਕਮਰੇ ਜਾਣ ਲੱਗੀ। ਮੈਂ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਹੀ ਵਾਲੀ ਸੀ ਕਿ ਮੈਨੂੰ ਅੰਦਰੋਂ ਆਵਾਜ਼ ਆਈ। ਮੇਰਾ ਪਤੀ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਅੱਜ ਤੋਂ ਬਾਅਦ ਇਹ ਗੱਲ ਆਪਣੀ ਜ਼ੁਬਾਨ ਤੇ ਨਾ ਲਈ। ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਚੰਗਾ ਨਹੀਂ ਹੋਵੇਗਾ ਤੇ ਰਜਨੀ ਨੂੰ ਤਾਂ ਇਹ ਗੱਲ ਬਿਲਕੁਲ ਵੀ ਨਹੀਂ ਪਤਾ ਲੱਗਣੀ ਚਾਹੀਦੀ। ਮੈਂ ਸੋਚਣ ਲੱਗੀ ਕਿ ਹੁਣ ਇਹ ਮੈਥੋਂ ਕੀ ਲੁਕਾ ਰਹੇ ਹਨ। ਮੈਂ ਜਾਣਨਾ ਚਾਹੁੰਦੀ ਸੀ ਕਿ ਇਹਨਾਂ ਦੋਵਾਂ ਦਾ ਰਾਜ਼ ਕੀ ਹੈ। ਮੈਂ ਆਪਣੇ ਕਮਰੇ ਚਲੀ ਗਈ ਤੇ ਉੱਥੇ ਜਾ ਕੇ ਸੋਚਣ ਲੱਗੀ ਕਿ ਅਜਿਹਾ ਕੀ ਕਰਾਂ ਕਿ ਇਹਨਾਂ ਦੋਵਾਂ ਦਾ ਰਾਜ਼ ਪਤਾ ਲੱਗ ਜਾਵੇ। ਫਿਰ ਮੇਰੇ ਦਿਮਾਗ 'ਚ ਤਰਕੀਬ ਆਈ ਕਿ ਕਿਉਂ ਨਾ ਮੈਂ ਆਪਣੇ ਪਤੀ ਨੂੰ ਆਪਣਾ ਦੀਵਾਨਾ ਬਣਾ ਲਵਾਂ। ਜੇਕਰ ਉਹ ਮੇਰੇ ਕਾਬੂ 'ਚ ਆਇਆ ਤਾਂ ਮੈਂ ਉਸ ਤੋਂ ਸਭ ਕੁਝ ਪੁੱਛ ਲਵਾਂਗੀ। ਇੱਕ ਰਾਤ ਮੈਂ ਤਿਆਰ ਹੋ ਕੇ ਹੇਠਾਂ ਆਪਣੇ ਪਤੀ ਦੇ ਕਮਰੇ 'ਚ ਗਈ। ਮੈਂ ਉਸਨੂੰ ਕਿਹਾ ਕਿ ਤੁਸੀਂ ਭੁੱਲ ਰਹੇ ਹੋ ਕਿ ਮੈਂ ਵੀ ਤੁਹਾਡੀ ਪਤਨੀ ਹਾਂ। ਮੇਰਾ ਵੀ ਤੁਹਾਡੇ 'ਤੇ ਕੋਈ ਹੱਕ ਬਣਦਾ ਹੈ। ਤੁਸੀਂ ਮੇਰੇ ਨਾਲ ਮੇਰੇ ਕਮਰੇ ਚੱਲੋ। ਮੇਰੀ ਇਹ ਗੱਲ ਸੁਣ ਕੇ ਤਾਂ ਮੇਰੀ ਸੱਸ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ। ਮੈਂ ਆਪਣੇ ਪਤੀ ਦਾ ਹੱਥ ਫੜ ਕੇ ਉਸ ਨੂੰ ਬੈੱਡ ਤੋਂ ਉਠਾਇਆ ਤੇ ਕਿਹਾ ਕਿ ਇਸ ਬੁੱਢੀ ਔਰਤ ਦੀ ਜਾਨ ਛੱਡੋ, ਹੁਣ ਤੁਸੀਂ ਮੇਰੇ ਨਾਲ ਰਹਿਣਾ। ਇਹ ਸੁਣ ਕੇ ਮੇਰਾ ਪਤੀ ਵੀ ਖੁਸ਼ ਹੋ ਗਿਆ ਕਿਉਂਕਿ ਉਹ 60 ਸਾਲ ਦਾ ਸੀ ਪਰ ਮੈਂ ਇੱਕ ਜਵਾਨ ਤੇ ਸੋਹਣੀ ਲੜਕੀ ਸੀ। ਭਲਾ ਅਜਿਹਾ ਮੌਕਾ ਕੌਣ ਛੱਡ ਸਕਦਾ ਸੀ। ਉਹ ਖੁਸ਼ੀ ਉੱਠ ਕੇ ਮੇਰੇ ਨਾਲ ਮੇਰੇ ਕਮਰੇ 'ਚ ਆ ਗਿਆ। ਮੈਂ ਉਸ ਨੂੰ ਆਪਣੇ ਕਮਰੇ 'ਚ ਲਿਆ ਕੇ ਬੋਲੀ ਕਿ ਤੁਸੀਂ ਆਪਣੀ ਪਹਿਲੀ ਪਤਨੀ ਨੂੰ ਇਸ ਘਰੋਂ ਕੱਢ ਦਿਓ, ਫਿਰ ਮੈਂ ਹਮੇਸ਼ਾ ਲਈ ਤੁਹਾਡੇ ਨਾਲ ਰਹਿਣ ਨੂੰ ਤਿਆਰ ਹਾਂ, ਨਹੀਂ ਤਾਂ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂਗੀ। ਉਸਨੇ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਉਸ ਬੁੱਢੀ ਨੂੰ ਇਸ ਘਰੋਂ ਕੱਢ ਦੇਵਾਂਗਾ ਕਿਉਂਕਿ ਮੈਂ ਤੇਰੇ ਨਾਲ ਰਹਿਣ ਲਈ ਕੁਝ ਵੀ ਕਰ ਸਕਦਾ ਹਾਂ। ਕੁਝ ਹੀ ਦਿਨਾਂ 'ਚ ਉਹ ਮੇਰਾ ਦੀਵਾਨਾ ਹੋ ਗਿਆ ਸੀ ਤੇ ਮੇਰੀ ਖਾਤਰ ਕੁਝ ਵੀ ਕਰਨ ਨੂੰ ਤਿਆਰ ਸੀ। ਉਸ ਦੀ ਪਤਨੀ ਦਾ ਵਸ ਨਹੀਂ ਚੱਲ ਰਿਹਾ ਸੀ ਕਿ ਉਹ ਮੈਨੂੰ ਘਰੋਂ ਕੱਢ ਦੇਵੇ। ਇੱਕ ਦਿਨ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਇਸ ਸ਼ਹਿਰ 'ਚ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਇੱਥੇ ਮੈਨੂੰ ਰਾਹੁਲ ਦੀ ਯਾਦ ਸਤਾਉਂਦੀ ਹੈ। ਅਸੀਂ ਕਿਤੇ ਹੋਰ ਚੱਲ ਕੇ ਰਹਿੰਦੇ ਹਾਂ ਜਿੱਥੇ ਸਿਰਫ ਮੈਂ ਤੇ ਤੁਸੀਂ ਹੋਵੋ ਤੇ ਇਸ ਤੋਂ ਇਲਾਵਾ ਹੋਰ ਕੋਈ ਨਾ ਹੋਵੇ। ਇਹ ਸੁਣ ਕੇ ਉਹ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਠੀਕ ਹੈ, ਜਿਵੇਂ ਤੂੰ ਆਖੇ। ਮੈਂ ਚਾਹੁੰਦੀ ਸੀ ਕਿ ਇਹ ਗੱਲ ਸੁਣ ਕੇ ਉਸ ਦੀ ਪਤਨੀ ਸੜ ਜਾਵੇ ਤੇ ਸਭ ਕੁਝ ਦੱਸ ਦੇਵੇ ਤੇ ਮੇਰੀ ਤਰਕੀਬ ਅਨੁਸਾਰ ਅਜਿਹਾ ਹੀ ਹੋਇਆ। ਇੱਕ ਦਿਨ ਉਹ ਆਪਣੇ ਪਤੀ ਤੇ ਚੀਖਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਹੁਣੇ ਰਜਨੀ ਨੂੰ ਤਲਾਕ ਦੇ। ਮੇਰੇ ਪਤੀ ਨੇ ਕਿਹਾ ਕਿ ਹੌਲੀ ਬੋਲ, ਕੋਈ ਸੁਣ ਲਵੇਗਾ। ਅਸੀਂ ਮੰਜ਼ਲ ਦੇ ਐਨੇ ਨੇੜੇ ਆ ਕੇ ਹੁਣ ਪਿੱਛੇ ਨਹੀਂ ਹਟ ਸਕਦੇ ਤੇ ਇਹ ਸਾਰਾ ਪਲਾਨ ਤਾਂ ਤੇਰਾ ਹੀ ਸੀ। ਹੁਣ ਤੂੰ ਮੈਨੂੰ ਪਿੱਛੇ ਹਟਣ ਨੂੰ ਕਿਵੇਂ ਕਹਿ ਸਕਦੀ ਹੈ। ਉਸ ਦੀ ਪਤਨੀ ਨੇ ਕਿਹਾ ਕਿ ਮੈਂ ਕੁਝ ਨਹੀਂ ਸੁਣਨਾ ਚਾਹੁੰਦੀ ਤੇ ਨਾ ਹੀ ਮੈਨੂੰ ਕੁਝ ਚਾਹੀਦਾ ਹੈ। ਬਸ ਤੂੰ ਉਸ ਲੜਕੀ ਨੂੰ ਤਲਾਕ ਦੇ ਦੇ। ਜੇਕਰ ਤੂੰ ਉਸ ਨੂੰ ਤਲਾਕ ਨਹੀਂ ਦਿੱਤਾ ਤਾਂ ਮੈਂ ਉਸ ਨੂੰ ਸਭ ਕੁਝ ਦੱਸ ਦੇਵਾਂਗੀ, ਫਿਰ ਤੂੰ ਜਾਣਦਾ ਹੈ ਕੀ ਹੋਵੇਗਾ। ਮੇਰੇ ਪਤੀ ਨੇ ਕਿਹਾ ਕਿ ਠੀਕ ਹੈ, ਮੈਂ ਉਸ ਨੂੰ ਛੱਡ ਦੇਵਾਂਗਾ, ਪਰ ਤੂੰ ਆਪਣੀ ਜ਼ੁਬਾਨ ਬੰਦ ਰੱਖ। ਹੁਣ ਉਹਨਾਂ ਦੀ ਸਾਰੀ ਖੇਡ ਉਲਟ ਪੈ ਗਈ ਸੀ ਤੇ ਉਹ ਆਪਣੇ ਜਾਲ 'ਚ ਖੁਦ ਹੀ ਫਸ ਗਏ ਸਨ। ਪਰ ਮੈਂ ਪਰੇਸ਼ਾਨ ਵੀ ਸੀ ਕਿਉਂਕਿ ਉਸਨੇ ਆਪਣੀ ਪਤਨੀ ਦੀ ਧਮਕੀ 'ਚ ਆ ਕੇ ਮੈਨੂੰ ਛੱਡ ਦਿੱਤਾ ਤਾਂ ਮੈਨੂੰ ਇਹਨਾਂ ਦਾ ਰਾਜ਼ ਕਦੇ ਵੀ ਪਤਾ ਨਹੀਂ ਲੱਗੇਗਾ। ਮੈਨੂੰ ਤਾਂ ਅਜੇ ਤੱਕ ਕੁਝ ਵੀ ਪਤਾ ਨਹੀਂ ਸੀ ਲੱਗਿਆ। ਮੈਂ ਸੋਚਣ ਲੱਗੀ ਕਿ ਕੁਝ ਹੋਰ ਕਰਨਾ ਪਵੇਗਾ। ਰਾਤ ਨੂੰ ਜਦੋਂ ਮੇਰਾ ਪਤੀ ਕਮਰੇ 'ਚ ਆਇਆ ਤਾਂ ਮੈਂ ਉਸ ਨੂੰ ਜੂਸ 'ਚ ਮਿਲਾ ਕੇ ਨਸ਼ੀਲੀ ਦਵਾਈ ਦੇ ਦਿੱਤੀ ਤਾਂ ਕਿ ਉਹ ਨਸ਼ੇ ਸਭ ਕੁਝ ਬੋਲ ਦੇਵੇ ਤੇ ਅਜਿਹਾ ਹੀ ਹੋਇਆ। ਕੁਝ ਦੇਰ ਬਾਅਦ ਉਹ ਪੂਰੀ ਤਰ੍ਹਾਂ ਨਸ਼ੇ 'ਚ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਇਹ ਘਰ ਤੇ ਸਾਰੀ ਜਾਇਦਾਦ ਤੇਰੇ ਨਾਂ ਕਰ ਦੇਵਾਂਗੀ ਤੇ ਹਮੇਸ਼ਾ ਤੇਰੇ ਨਾਲ ਹੀ ਰਹਾਂਗੀ। ਤੁਸੀਂ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦਿਓ। ਉਸਨੇ ਬੋਲਣਾ ਸ਼ੁਰੂ ਕੀਤਾ ਤਾਂ ਆਖਣ ਲੱਗਿਆ ਕਿ ਰਾਹੁਲ ਮੇਰੇ ਭਰਾ ਦਾ ਬੇਟਾ ਸੀ। ਮੇਰਾ ਭਰਾ ਬਹੁਤ ਅਮੀਰ ਸੀ, ਉਸ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਤੇ ਮੇਰੇ ਕੋਲ ਕੁਝ ਵੀ ਨਹੀਂ ਸੀ। ਮੈਨੂੰ ਇਹ ਦੇਖ ਕੇ ਆਪਣਾ ਭਰਾ ਨਾਲ ਬਹੁਤ ਨਫ਼ਰਤ ਹੁੰਦੀ ਸੀ। ਜਦੋਂ ਰਾਹੁਲ 1 ਸਾਲ ਦਾ ਸੀ ਤਾਂ ਮੈਂ ਆਪਣੇ ਭਰਾ ਤੇ ਭਾਬੀ ਦਾ ਐਕਸੀਡੈਂਟ ਕਰਵਾ ਦਿੱਤਾ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਰਾਹੁਲ ਦੇ ਮਾਤਾ-ਪਿਤਾ ਤੋਂ ਬਾਅਦ ਉਸ ਦੀ ਸਾਰੀ ਜ਼ਿੰਮੇਵਾਰੀ ਸਾਨੂੰ ਹੀ ਮਿਲੇਗੀ ਤੇ ਅਜਿਹਾ ਹੀ ਹੋਇਆ। ਉਸ ਦੇ ਮਾਤਾ-ਪਿਤਾ ਦੇ ਦੇਹਾਂਤ ਤੋਂ ਬਾਅਦ ਅਸੀਂ ਦੋਵੇਂ ਉਸ ਦੀ ਦੇਖਭਾਲ ਲਈ ਇਸ ਘਰ 'ਚ ਆ ਗਏ, ਪਰ ਸਾਡੇ ਨਾਲ ਕੁਝ ਵੀ ਨਹੀਂ ਸੀ। ਅਸੀਂ ਸਿਰਫ ਰਾਹੁਲ ਦੀ ਤੇ ਉਸ ਦੀ ਜਾਇਦਾਦ ਦੀ ਦੇਖਭਾਲ ਕਰ ਸਕਦੇ ਸੀ ਜਦੋਂ ਤੱਕ ਰਾਹੁਲ 18 ਸਾਲ ਦਾ ਨਾ ਹੋ ਜਾਵੇ। ਉਸ ਤੋਂ ਬਾਅਦ ਸਭ ਕੁਝ ਉਸ ਦੇ ਨਾਂ ਹੋ ਜਾਂਦਾ
ਜੇਕਰ ਇਸ ਦਰਮਿਆਨ ਉਸ ਨੂੰ ਕੁਝ ਹੋ ਜਾਂਦਾ ਤਾਂ ਸਾਰੀ ਜਾਇਦਾਦ ਟਰਸਟ 'ਚ ਚਲੀ ਜਾਂਦੀ। ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਸੀ। ਜਦੋਂ ਉਹ ਵੱਡਾ ਹੋ ਗਿਆ ਤਾਂ ਉਸਨੇ ਸਾਰਾ ਕਾਰੋਬਾਰ ਆਪਣੇ ਹੱਥਾਂ 'ਚ ਲੈ ਲਿਆ ਤੇ ਉਸਨੇ ਇਸ ਬਿਜ਼ਨਸ ਨੂੰ ਅਸਮਾਨ 'ਤੇ ਪਹੁੰਚਾ ਦਿੱਤਾ। ਫਿਰ ਇੱਕ ਦਿਨ ਉਹ ਕਹਿੰਦਾ ਕਿ ਉਹ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਪਹਿਲਾਂ ਤਾਂ ਅਸੀਂ ਨਹੀਂ ਮੰਨੇ, ਪਰ ਬਾਅਦ 'ਚ ਸੋਚਿਆ ਕਿ ਕਿਤੇ ਉਹ ਭੱਜ ਕੇ ਤੇਰੇ ਨਾਲ ਵਿਆਹ ਨਾ ਕਰਵਾ ਲਵੇ। ਇਸ ਤਰ੍ਹਾਂ ਤਾਂ ਸਭ ਕੁਝ ਸਾਡੇ ਹੱਥੋਂ ਨਿਕਲ ਜਾਂਦਾ ਹੈ, ਇਸ ਲਈ ਅਸੀਂ ਉਸ ਦਾ ਵਿਆਹ ਤੇਰੇ ਨਾਲ ਕਰਵਾ ਦਿੱਤਾ। ਪਰ ਵਿਆਹ ਹੁੰਦੇ ਹੀ ਉਹ ਜਦੋਂ ਵੀ ਕੋਈ ਪ੍ਰਾਪਰਟੀ ਲੈਂਦਾ ਤਾਂ ਤੇਰੇ ਨਾਂ 'ਤੇ ਲੈਂਦਾ। ਸਾਨੂੰ ਬਹੁਤ ਗੁੱਸਾ ਆਉਂਦਾ ਸੀ, ਪਰ ਅਸੀਂ ਕੁਝ ਨਹੀਂ ਕਰ ਸਕਦੇ ਸੀ। ਹੌਲੀ ਹੌਲੀ ਸਾਡੇ ਹੱਥੋਂ ਸਭ ਕੁਝ ਨਿਕਲਦਾ ਜਾ ਰਿਹਾ ਸੀ। ਫਿਰ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਰਾਹੁਲ ਨੂੰ ਜਾਨ ਤੋਂ ਮਾਰ ਦਈਏ, ਪਰ ਅਸੀਂ ਉਸ ਨੂੰ ਇਸ ਤਰ੍ਹਾਂ ਨਹੀਂ ਮਾਰ ਸਕਦੇ ਸੀ। ਇਸ ਲਈ ਅਸੀਂ ਉਸ ਦੇ ਖਾਣੇ 'ਚ ਥੋੜ੍ਹਾ ਥੋੜ੍ਹਾ ਜ਼ਹਿਰ ਮਿਲਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦੀ ਤਬੀਅਤ ਖਰਾਬ ਹੋਣ ਲੱਗੀ ਤੇ ਹੌਲੀ ਹੌਲੀ ਜ਼ਹਿਰ ਉਸ ਦੇ ਪੇਟ 'ਚ ਜਾ ਰਿਹਾ ਸੀ। ਇਸੇ ਕਰਕੇ ਉਹ ਉਸ ਨੂੰ ਇਕੱਲਾ ਹੀ ਡਾਕਟਰ ਕੋਲ ਲੈ ਜਾਂਦਾ ਸੀ। ਡਾਕਟਰ ਦੀ ਰਿਪੋਰਟ 'ਚ ਸਭ ਕੁਝ ਸਾਫ਼-ਸਾਫ਼ ਆ ਗਿਆ ਸੀ, ਪਰ ਮੈਂ ਪੈਸੇ ਦੇ ਕੇ ਰਿਪੋਰਟ ਹੀ ਬਦਲ ਦਿੱਤੀ। ਮੈਂ ਰਾਹੁਲ ਨੂੰ ਦੱਸਿਆ ਕਿ ਉਸ ਨੂੰ ਬਲੱਡ ਕੈਂਸਰ ਹੈ। ਇਹ ਸੁਣ ਕੇ ਉਸਨੇ ਸਾਨੂੰ ਕਿਹਾ ਕਿ ਇਹ ਗੱਲ ਅਸੀਂ ਤੈਨੂੰ ਨਾ ਦੱਸੀਏ। ਫਿਰ ਮੇਰੀ ਪਤਨੀ ਨੇ ਹੌਲੀ ਹੌਲੀ ਉਸ ਨੂੰ ਆਪਣੀ ਗੱਲਾਂ 'ਚ ਲੈਣਾ ਸ਼ੁਰੂ ਕੀਤਾ ਤੇ ਤੇਰੇ ਮਰਨ ਤੋਂ ਬਾਅਦ ਰਜਨੀ ਦਾ ਵਿਆਹ ਆਪਣੇ ਪਤੀ ਨਾਲ ਕਰਵਾ ਦੇਵੇਗੀ। ਪਹਿਲਾਂ ਤਾਂ ਉਸਨੇ ਮਨਾ ਕਰ ਦਿੱਤਾ, ਤਾਂ ਮੇਰੀ ਪਤਨੀ ਨੇ ਕਿਹਾ ਕਿ ਜੇਕਰ ਰਜਨੀ ਦਾ ਵਿਆਹ ਕਿਤੇ ਹੋਰ ਹੁੰਦਾ ਹੈ ਤਾਂ ਪਤਾ ਨਹੀਂ ਉਹ ਲੋਕ ਕਿਹੋ ਜਿਹੇ ਹੋਣਗੇ, ਰਜਨੀ ਦਾ ਖਿਆਲ ਰੱਖਣਗੇ ਜਾਂ ਨਹੀਂ। ਜੇਕਰ ਤੂੰ ਮੰਨ ਜਾਵੇ ਤਾਂ ਉਹ ਇਸ ਘਰ 'ਚ ਰਹੇਗੀ ਤੇ ਅਸੀਂ ਉਸ ਦਾ ਖਿਆਲ ਰੱਖਾਂਗੇ। ਪਰ ਰਾਹੁਲ ਮੰਨਣ ਨੂੰ ਤਿਆਰ ਨਹੀਂ ਸੀ, ਪਰ ਮੇਰੀ ਪਤਨੀ ਦੇ ਜ਼ਿਆਦਾ ਜ਼ੋਰ ਦੇਣ ਕਰਕੇ ਉਹ ਆਖਰ ਮੰਨ ਹੀ ਗਿਆ। ਉਹ ਆਪਣਾ ਘਰ ਤੇ ਜ਼ਮੀਨ ਜਾਇਦਾਦ ਤੇਰੇ ਨਾਂ ਕਰ ਚੁੱਕਾ ਸੀ ਤੇ ਆਪਣਾ ਬਿਜ਼ਨਸ ਵੀ ਤੇਰੇ ਨਾਮ ਕਰ ਦਿੱਤਾ, ਤਾਂ ਕਿ ਉਸ ਦੇ ਮਰਨ ਤੋਂ ਬਾਅਦ ਤੈਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਸ ਦੇ ਮਰਨ ਤੋਂ ਬਾਅਦ ਮੇਰੀ ਪਤਨੀ ਨੇ ਤੇਰਾ ਵਿਆਹ ਮੇਰੇ ਨਾਲ ਕਰਵਾ ਦਿੱਤਾ, ਤਾਂ ਕਿ ਅਸੀਂ ਤੇਰੇ ਤੋਂ ਸਭ ਜ਼ਮੀਨ ਜਾਇਦਾਦ ਤੇ ਬਿਜ਼ਨਸ ਖੋ ਸਕੀਏ। ਹੁਣ ਅਸੀਂ ਤੇਰੇ ਖਾਣੇ 'ਚ ਵੀ ਜ਼ਹਿਰ ਮਿਲਾਉਣ ਲੱਗੇ ਤੇ ਤੇਰੇ ਮਰਨ ਤੋਂ ਬਾਅਦ ਇਹ ਸਭ ਕੁਝ ਸਾਡਾ ਹੋ ਜਾਵੇ। ਪਰ ਮੈਂ ਤੈਨੂੰ ਮਰਨ ਨਹੀਂ ਦੇਵਾਂਗਾ ਤੇ ਉਸ ਬੁੱਢੀ ਔਰਤ ਨੂੰ ਇਸ ਘਰੋਂ ਕੱਢ ਦੇਵਾਂਗਾ। ਮੈਂ ਉਸ ਦੀਆਂ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ ਸਨ। ਅਗਲੇ ਦਿਨ ਮੈਂ ਪੁਲਿਸ ਕੋਲ ਗਈ ਤੇ ਸਾਰੀ ਸੱਚਾਈ ਦੱਸੀ। ਪੁਲਿਸ ਸਾਡੇ ਘਰ ਆਈ ਤੇ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ। ਅਦਾਲਤ 'ਚ ਉਹਨਾਂ ਦੋਵਾਂ ਦੀ ਪੇਸ਼ੀ ਹੋਈ। ਮੈਂ ਸਾਰੇ ਸਬੂਤ ਦਿਖਾਏ ਤੇ ਸਾਰੇ ਸਬੂਤਾਂ ਨੂੰ ਦੇਖਦੇ ਹੋਏ ਜੱਜ ਸਾਹਿਬ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਹੁਣ ਮੈਂ ਰਾਹੁਲ ਦੇ ਨਾਂ ਤੇ ਇੱਕ ਹਸਪਤਾਲ ਖੋਲ੍ਹਿਆ ਜਿੱਥੇ ਗਰੀਬ ਲੋਕਾਂ ਦਾ ਇਲਾਜ ਮੁਫਤ ਹੁੰਦਾ ਸੀ। ਹੁਣ ਮੈਂ ਦੂਜਾ ਵਿਆਹ ਨਹੀਂ ਕੀਤਾ ਕਿਉਂਕਿ ਲੋਕਾਂ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਸੀ। ਕਾਸ਼ ਉਹਨਾਂ ਲੋਕਾਂ ਨੇ ਰਾਹੁਲ ਨਾਲ ਅਜਿਹਾ ਕੁਝ ਨਾ ਕੀਤਾ ਹੁੰਦਾ। ਰਾਹੁਲ ਤਾਂ ਉਹਨਾਂ ਨੂੰ ਆਪਣੇ ਸਕੇ ਮਾਤਾ ਪਿਤਾ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ, ਪਰ ਉਹਨਾਂ ਲੋਕਾਂ ਨੇ ਜ਼ਮੀਨ ਜਾਇਦਾਦ ਦੇ ਲਾਲਚ ਆ ਕੇ ਮੇਰੇ ਪਤੀ ਨੂੰ ਮੈਥੋਂ ਖੋਹ ਲਿਆ। ਮੇਰੇ ਦਿਲੋਂ ਹਮੇਸ਼ਾ ਉਹਨਾਂ ਲਈ ਬਦਦੁਆ ਨਿਕਲਦੀ ਹੈ ਜਿਨ੍ਹਾਂ ਨੇ ਜਵਾਨੀ 'ਚ ਹੀ ਮੇਰੇ ਪਤੀ ਨੂੰ ਮੈਥੋਂ ਖੋਹ ਲਿਆ। ਸੋ ਦੋਸਤੋ, ਮਾੜੇ ਕਰਮਾਂ ਦਾ ਹਮੇਸ਼ਾ ਮਾੜਾ ਹੀ ਨਤੀਜਾ ਨਿਕਲਦਾ ਹੈ। ਇਸ ਲਈ ਕਦੇ ਵੀ ਲਾਲਚ ਆ ਕੇ ਕਿਸੇ ਦੀ ਜਾਨ ਲੈਣ ਦੀ ਨਾ ਸੋਚੋ। ਸੋ ਦੋਸਤੋ, ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।